ਓਵਰ ਦਾ ਨਾਈਟ ਤੁਸੀਂ ਵਰਲਡ ਪਰਸਨੈਲਿਟੀ ਬਣ ਗਏ ਤੇ ਕਿੱਦਾਂ ਲੱਗ ਰਿਹਾ ਤੁਹਾਨੂੰ? ਪਹਿਲੇ ਇੰਡੀਆ ਲੈਵਲ ਦੀ ਸੀ ਤੇ ਹੁਣ ਵਰਲਡ ਲੈਵਲ ਦੀ ਜ਼ਿੰਮੇਵਾਰੀ ਹੈ। ਅਲੱਗ-ਅਲੱਗ ਦੇਸ਼ਾਂ ਦੀ ਕੀ ਪ੍ਰੋਬਲਮ ਆ ਰਹੀ ਹੈ ਉਹ ਦੇਖਣੀ ਪਏਗੀ। ਜਿਹੜੀ ਇਹ ਸੰਸਥਾ ਹੈ ਵਰਲਡ ਪ੍ਰਿੰਟ ਐਂਡ ਕਮਿਊਨੀਕੇਸ਼ਨ ਫੋਰਮ, ਇਹ ਸੰਸਥਾ ਬਣੀ ਸੀ ਪ੍ਰਿੰਟਿੰਗ ਦੀ ਗਰੋਥ ਵਾਸਤੇ। ਪ੍ਰਿੰਟਿੰਗ ਦੀ ਗਰੋਥ ਹੋਣੀ ਚਾਹੀਦੀ ਔਰ ਜਿਹੜਾ ਪ੍ਰਿੰਟਰ ਹੈ ਉਹ ਪ੍ਰੋਸਪਰ ਕਰਨਾ ਚਾਹੀਦਾ ਥਰੂ ਆਊਟ ਦੀ ਵਰਲਡ। ਅਸੀਂ ਹਰ ਲਗਭਗ ਸਾਲ 'ਚ 2-3 ਵਾਰੀ ਮੀਟਿੰਗਾਂ ਕਰਦੇ ਹਾਂ। ਸਾਰੇ ਕੰਟਰੀਜ਼ ਆਪਣੀ ਆਪਣੀ ਰਿਪੋਰਟ ਦਿੰਦੇ ਆ ਕਿਸ ਕੰਟਰੀ 'ਚ ਪ੍ਰਿੰਟਿੰਗ 'ਚ ਕੀ ਪ੍ਰੋਬਲਮ ਆ ਰਹੀ ਹੈ, ਫਿਰ ਉਸ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ। ਸਾਨੂੰ ਇੱਥੇ ਬੈਠੇ ਸ਼ਾਇਦ ਇਹ ਲੱਗਦਾ ਕਿ ਪ੍ਰਿੰਟਿੰਗ ਦੇ ਵਿੱਚ ਲੋਕਾਂ ਦੀ ਰੀਡਿੰਗ ਹੈਬਿਟ ਤਾਂ ਘਟਦੀ ਜਾ ਰਹੀ ਹੈ। ਜੇ ਅਸੀਂ ਅੱਜ ਯੂਥ ਦੀ ਗੱਲ ਕਰੀਏ ਇੰਡੀਆ ਦੇ ਵਿੱਚ ਖਾਸ ਕਰਕੇ, ਸਾਡਾ ਜਿਹੜਾ ਕੰਮ ਕਰਨ ਦਾ ਸਿਸਟਮ ਹੈ ਔਰ ਉਹਨਾਂ ਕੰਟਰੀ ਦਾ ਕੰਮ ਕਰਨ ਦਾ ਸਿਸਟਮ ਥੋੜ੍ਹਾ ਜਿਹਾ ਫਰਕ ਹੈ। ਜਿਸ ਵਕਤ ਬਾਅਦ 'ਚ ਦੇਖਿਆ ਗਿਆ ਤਾਂ ਕਿਤਾਬਾਂ ਵਾਲੇ ਬੱਚਿਆਂ ਨੇ ਟੈਬ ਵਾਲੇ ਬੱਚਿਆਂ ਨਾਲੋਂ ਬਹੁਤ ਜ਼ਿਆਦਾ ਅੱਛਾ ਪਰਫਾਰਮ ਕੀਤਾ। ਚਾਈਨਾ ਨੇ 10 ਸਾਲ ਸਕੂਲਾਂ 'ਚ ਟੈਬ ਲਗਾਏ, ਉਹਨਾਂ ਨੇ ਵੀ ਬੰਦ ਕਰਤੇ। ਇਹ ਚੀਜ਼ ਦੇਖਦੇ ਹੋਏ, ਕਿਉਂਕਿ ਟੈਬ ਨਾਲ ਬੱਚਿਆਂ ਦੀ ਮੈਂਟਲ ਗਰੋਥ ਨਹੀਂ ਹੁੰਦੀ। ਮੈਂ ਨਹੀਂ ਕਹਿੰਦਾ ਡਿਜੀਟਲ ਮਾੜੀ ਚੀਜ਼ ਹੈ, ਇਲੈਕਟ੍ਰੋਨਿਕ ਡਿਜੀਟਲ ਬਹੁਤ ਅੱਛੀ ਚੀਜ਼ ਹੈ, ਇਸ ਦੀ ਨਾਲ ਵੀ ਗਰੋਥ ਹੋਣੀ ਹੈ। ਹੁਣ ਅਸੀਂ ਟਰਾਈ ਕਰ ਰਹੇ ਹਾਂ ਕਿ ਪ੍ਰਿੰਟਿੰਗ ਔਰ ਡਿਜੀਟਲ ਨੂੰ ਮਿਲਾ ਦਈਏ। ਜਿਵੇਂ ਤੁਸੀਂ ਗੂਗਲ ਦਾ ਨਾਂ ਲਿਆ, ਅੱਗੇ ਕੋਈ ਚੀਜ਼ ਲੱਭਣੀ ਸੀ ਜ਼ੋਰ ਲਗਾਉਂਦਾ ਸੀ ਦਿਮਾਗ 'ਤੇ, ਹੁਣ ਦਿਮਾਗ 'ਤੇ ਜ਼ੋਰ ਲੈ ਇੱਕਦਮ ਗੂਗਲ ਦੇਖਿਆ ਔਰ ਉਸ ਨੂੰ ਸੱਚ ਵੀ ਮੰਨ ਲਈਦਾ। ਸਰ ਗੂਗਲ ਸੱਚ ਨਹੀਂ ਹੁੰਦਾ, ਗੂਗਲ ਉਹੀ ਕੋਈ ਜੋ ਅਸੀਂ ਭਰਦੇ ਹਾਂ। ਮਤਲਬ ਅਸੀਂ ਵੀ ਗਲਤੀ ਕਰੀਏ ਫਿਰ ਅਸੀਂ ਉੱਥੇ ਤੱਕ ਪਹੁੰਚੀਏ ਫਿਰ ਵਾਪਸ ਆਈਏ। ਮਤਲਬ ਜੇ ਨਕਲ ਮਾਰਨੀ ਹੈ ਤੇ ਤੁਸੀਂ ਕਹਿੰਦੇ ਹੋ ਅਸੀਂ ਅਕਲ ਨਾਲ ਮਾਰ ਲਈਏ। ਉਸ ਦਾ ਆਫਟਰ ਇਫੈਕਟ ਨਹੀਂ ਸੋਚਦੇ ਕਿ ਬਾਅਦ 'ਚ ਕੀ ਹੋਏਗਾ। ਜੇ ਉਹ ਬਾਅਦ ਦਾ ਸੋਚਣਗੇ ਤਾਂ ਫਿਰ ਠੀਕ ਕਰਨਗੇ। ਹੁਣ ਇਸ ਚੀਜ਼ ਉੱਤੇ ਤਾਂ ਗੌਰਮੈਂਟ ਹੀ ਸਖਤੀ ਕਰ ਸਕਦੀ ਹੈ, ਕਿਉਂਕਿ ਗੱਲ ਹੈ ਕਿ ਜਦੋਂ ਇਹ ਅਡਾਪਟ ਹੋ ਜਾਏਗੀ। ਅੱਜ ਅਸੀਂ ਜਿਸ ਤਰ੍ਹਾਂ ਕਹਿੰਦੇ ਸਿਲਿਕਨ ਵੈਲੀ 'ਚ ਸਾਡੇ 60% ਬੱਚੇ ਬੈਠੇ ਆ, ਸਾਰੇ ਸੌਫਟਵੇਅਰ ਸਾਡੇ ਐਕਸਪਰਟ ਬੈਠੇ ਆ, ਫਿਰ ਨਹੀਂ ਬੈਠਣਗੇ। ਪਿਛਲੇ ਸਾਲ ਇੱਕ ਸਮਝੌਤਾ ਕੀਤਾ ਜਾਪਾਨ ਦੀ ਫਰਮ ਨਾਲ, ਉਹਨਾਂ ਨੇ ਫ੍ਰੀ ਮਸ਼ੀਨ ਲਗਾਈ ਹੈ ਇੱਥੇ। ਸਾਡੇ ਜਿਹੜੇ ਪ੍ਰਧਾਨ ਉਹਨਾਂ ਦੀ ਫੈਕਟਰੀ ਲਵਾਈ ਅਸੀਂ ਭਾਰਤ ਬਾਕਸ, ਉਹ ਤਾਂ ਉਹਨਾਂ ਨੇ ਐਕਸਪੈਰੀਮੈਂਟਲ ਲਾਣੀ ਸੀ, ਮਸ਼ੀਨ ਫ੍ਰੀ ਦਿੱਤੀ ਹੈ। ਸਿਰਫ ਮਸ਼ੀਨ ਫ੍ਰੀ ਨਹੀਂ ਹੈ, ਉਸ ਮਸ਼ੀਨ ਦੀ ਪ੍ਰੋਡਕਸ਼ਨ ਦਾ 60% ਉਹ ਖਰੀਦ ਵੀ ਲੈਣ। ਪਰ ਜੇ ਸਭ ਤੋਂ ਬੈਸਟ ਜਿਹੜੇ ਪ੍ਰਿੰਟਿੰਗ ਸੈਕਟਰ ਦੇ ਵਿੱਚ ਜਿਹੜੀ ਮਸ਼ੀਨਰੀਜ਼ ਹੈ, ਟੈਕਨੋਲੋਜੀਜ਼ ਹੈ, ਉਹ ਕਿਹੜੇ ਕੰਟਰੀਜ਼ ਦੀ? ਦਰਸ਼ਕਾਂ ਵਾਸਤੇ ਵੀ ਔਰ ਤੁਹਾਡੇ ਵਾਸਤੇ ਵੀ ਦੱਸਣਾ ਚਾਹੂੰਗਾ, ਦੁਨੀਆ ਵਿੱਚ ਪ੍ਰਿੰਟਿੰਗ ਇੱਕ ਐਸਾ ਇਨਵੈਂਸ਼ਨ ਹੈ, ਇਸ ਦੇ ਬਰਾਬਰ ਕੋਈ ਇਨਵੈਂਸ਼ਨ ਅੱਜ ਤੱਕ ਨਹੀਂ ਹੋਇਆ। ਇਹ ਇਨਵਾਇਰਮੈਂਟ ਨੂੰ ਖਰਾਬ ਨਹੀਂ ਕਰਦਾ। ਇਨਵਾਇਰਮੈਂਟ ਨੂੰ ਕੀ ਖਰਾਬ ਕਰ ਰਹੀ ਹੈ? ਈ ਵੇਸਟ ਖਰਾਬ ਕਰ ਰਹੀ ਹੈ। ਈ ਵੇਸਟ ਇੰਨੀ ਜ਼ਿਆਦਾ ਹੈ, ਅਗਰ ਮੈਂ ਤੁਹਾਨੂੰ ਫਿਗਰਾਂ 'ਚ ਦੱਸਾਂ ਤਾਂ ਕਰੋੜਾਂ ਟਨ ਈ ਵੇਸਟ ਹੈ ਜਿਹੜੀ ਇਕੱਠੀ ਹੋਈ ਹੈ। ਪੇਪਰ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਹੈ ਔਰ ਇਲੈਕਟ੍ਰੋਨਿਕ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਹੈ। ਸਾਨੂੰ ਦੋਨਾਂ ਦੀ ਕੰਬਾਈਨਡ ਕਰਕੇ ਚਲਾਉਣਾ ਚਾਹੀਦਾ, ਦੋਨਾਂ ਨੂੰ ਯੂਜ਼ ਕਰਨਾ ਚਾਹੀਦਾ ਟੈਕਨੋਲੋਜੀ ਨੂੰ। ਜਨ ਹਿਤੈਸ਼ੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜਨ ਜਨ ਕੀ ਬਾਤ ਜਨ ਹਿਤੈਸ਼ੀ ਕੇ ਸਾਥ। ਦੋਸਤੋ ਅਸੀਂ ਅਕਸਰ ਤੁਹਾਨੂੰ ਅਲੱਗ-ਅਲੱਗ ਮੁੱਦਿਆਂ ਨਾਲ ਜਾਣੂ ਕਰਾਉਂਦੇ ਰਹਿੰਦੇ ਹਾਂ ਤੇ ਅੱਜ ਸਾਨੂੰ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਤੁਹਾਡੇ ਨਾਲ ਸਾਂਝੀ ਕਰਨ ਦਾ ਮੌਕਾ ਮਿਲਿਆ ਹੈ ਕਿ ਲੁਧਿਆਣਾ ਸ਼ਹਿਰ ਦੇ ਇੱਕ ਜਿਹੜੇ ਪ੍ਰਿੰਟਿੰਗ ਕਾਰੋਬਾਰੀ ਹੈਗੇ ਹੈ ਕਮਲ ਚੋਪੜਾ ਜੀ। ਜੀ ਹਾਂ, ਵੈਸੇ ਤਾਂ ਬੜਾ ਨੋਨ ਨਾਮ ਹੈਗਾ, ਆਪਾਂ ਸਾਰੇ ਜਾਣਦੇ ਹਾਂ, ਫੋਇਲ ਪ੍ਰਿੰਟਰਸ ਦੇ ਮਾਲਕ ਹੈ ਔਰ ਬੜਾ ਇੱਕ ਕੁਆਲਿਟੀ ਪ੍ਰਿੰਟਿੰਗ ਦੇ ਵਿੱਚ ਇਹਨਾਂ ਨੇ ਇੱਕ ਆਪਣਾ ਇੱਕ ਅਲੱਗ ਹੀ ਸਕਿਲਡ ਨਾਮ ਬਣਾਇਆ ਹੈ। ਹੁਣ ਸਡਨਲੀ ਇਹ ਜਿਹੜੇ ਕਮਲ ਚੋਪੜਾ ਜੀ ਇਹ ਅੱਜ ਤੱਕ ਆਲ ਇੰਡੀਆ ਦੀ ਪਰਸਨੈਲਿਟੀ ਸੀ, ਬਿਕੋਜ਼ ਇਹ ਆਲ ਇੰਡੀਆ ਪ੍ਰਿੰਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੀਗੇ। ਸੋ ਆਲ ਇੰਡੀਆ ਦੀ ਪਰਸਨੈਲਿਟੀ ਸੀ, ਪਰ कहते ना भगवान जब देता है ऊपर से छप्पड़ फाड़ के देता है। ये परसनैलिटी ਇੱਕੋ दिन च वर्ल्ड परसनैलिटी बन गए। वो किदा? क्योंकि ये वर्ल्ड प्रिंट एंड कम्युनिकेशन जी एसोसीएशन है वो प्रेजिडेंट इलैक्ट हो गए है और मतलब जोड़ा हैगा सर्वसम्मति नाल। जो सब तो वड्डी गल है कि ये पहले इंडियन है जोड़े इस एसोसीएशन दे नूं लीड करनगे। दूसरा सर्वसम्मति नाल बन गए और तीसरा कि ऑल इंडिया के ऑल प्रेजिडेंट हैगे है। सो एक बंदा जिहड़ा बहुत देर तो इस इंडस्ट्री नूं इस एसोसीएशन नूं लीड कर रहा सी, अज उन्होंने वर्ल्ड लैवल ते इंडिया का नाम उच्चा करेगा। पहले ही कर रहे हैं, होर थोड़ा जिहा उन्होंने मौका मिल गया, उन्होंने कोल होर अपॉर्चुनिटीज़ वधियां ते इस सारे ते अज गलबात करन पहुंचे हैं श्री कमल चोपड़ा जी नाल। ते आओ गलबात करते हैं। सर पहला तो तुहानूं बहुत बहुत मुबारकां जी। थैंक यू सर, थैंक यू, बहुत बहुत धन्यवाद तुहाडा। सर ये सडनली तुहाडी तां मतलब ओवर द नाइट तुसीं वर्ल्ड परसनैलिटी बन गए, तो किदां लग रहा तुहानूं? डेफिनेटली बहुत अच्छा लग रहा है। एक रेयर ऑनर से मैं सोचा भी नहीं सी कभी कि इस तरह होएगा। हो गया एक उन्होंने एक जिम्मेवारी भी तो आ जाती है ना। अगर
ਪਹਿਲੇ ਇੰਡੀਆ ਲੈਵਲ ਦੀ ਸੀ ਤੇ ਹੁਣ ਵਰਲਡ ਲੈਵਲ ਦੀ ਜ਼ਿੰਮੇਵਾਰੀ ਹੈ। ਅਲੱਗ-ਅਲੱਗ ਦੇਸ਼ਾਂ ਦੀ ਕੀ ਪ੍ਰੋਬਲਮ ਆ ਰਹੀ ਹੈ ਉਹ ਦੇਖਣੀ ਪਏਗੀ। ਸਰ ਇਹ ਹੁਣ ਸਾਨੂੰ ਇਹ ਦੱਸੋ ਕਿ ਇਹਦੇ ਵਿੱਚ ਜਿਵੇਂ ਤੁਸੀਂ ਜ਼ਿੰਮੇਵਾਰੀ ਦੀ ਗੱਲ ਕੀਤੀ ਹੈ ਤੇ ਵਰਲਡ ਪ੍ਰਿੰਟ ਐਂਡ ਕਮਿਊਨੀਕੇਸ਼ਨ ਜਿਹੜੀ ਐਸੋਸੀਏਸ਼ਨ ਹੈ ਇਹਦਾ ਕੀ ਸਰੂਪ ਹੈ ਤੇ ਆਪਾਂ ਕੀ ਸਟ੍ਰੈਟਜੀ ਹੋਏਗੀ ਇਨ ਫਿਊਚਰ ਹੁਣ ਤੁਹਾਡੀ ਲੀਡਰਸ਼ਿਪ 'ਚ? ਜਿਹੜੀ ਇਹ ਸੰਸਥਾ ਹੈ ਵਰਲਡ ਪ੍ਰਿੰਟ ਐਂਡ ਕਮਿਊਨੀਕੇਸ਼ਨ ਫੋਰਮ ਜੀ, ਇਹ ਸੰਸਥਾ ਬਣੀ ਸੀ ਪ੍ਰਿੰਟਿੰਗ ਦੀ ਗਰੋਥ ਵਾਸਤੇ। ਪ੍ਰਿੰਟਿੰਗ ਦੀ ਗਰੋਥ ਹੋਣੀ ਚਾਹੀਦੀ ਹੈ ਔਰ ਜਿਹੜਾ ਪ੍ਰਿੰਟਰ ਹੈ ਉਹ ਪ੍ਰੋਸਪਰ ਕਰਨਾ ਚਾਹੀਦਾ ਥਰੂ ਆਊਟ ਦੀ ਵਰਲਡ। ਇਹ ਕੋਸ਼ਿਸ਼ ਕੀਤੀ ਜਾਂਦੀ ਹੈ। ਉਸ ਕੋਸ਼ਿਸ਼ ਵਾਸਤੇ ਬਣੀ ਸੀ ਸੰਸਥਾ ਤਾਂ ਕਿ ਪ੍ਰਿੰਟ 'ਚ ਕਿਹੜੀਆਂ ਨਵੀਆਂ ਡਿਵੈਲਪਮੈਂਟ ਹੋ ਰਹੀਆਂ ਹਨ, ਕਿਸ ਤਰ੍ਹਾਂ ਉਹ ਲੋਕਾਂ ਤੱਕ ਪਹੁੰਚਣ, ਉਸ ਨੂੰ ਅਪਣਾ ਕੇ ਲੋਕ ਅੱਛੀ ਪ੍ਰੋਡਕਸ਼ਨ ਕਰ ਸਕਣ। ਜਿੰਨੀ ਜ਼ਿਆਦਾ ਪ੍ਰੋਡਕਸ਼ਨ ਹੋਏਗੀ ਉਨੀ ਕੋਸਟ ਘਟੇਗੀ, ਉਨੀ ਕੁਆਲਿਟੀ ਵਧੇਗੀ। ਤੇ ਹੁਣ ਜਿਹੜੀ ਇਹ ਸੰਸਥਾ ਪਹਿਲੇ ਤੋਂ ਚੱਲੀ ਆ ਰਹੀ ਹੈ, ਅੱਜ ਦੀ ਨਹੀਂ ਬਣੀ, ਬਹੁਤ ਪੁਰਾਣੀ ਹੈ। ਔਰ ਮੈਂ ਹੁਣ ਪਹਿਲੇ ਇਹਨਾਂ ਦੇ ਜਿਹੜੇ ਪ੍ਰਧਾਨ ਸੀ USA ਦੇ ਸੀ, ਹੈੱਡ ਆਫਿਸ ਸਾਡਾ ਬੈਲਜੀਅਮ 'ਚ ਬ੍ਰਸਲ 'ਚ। ਤੇ ਪਹਿਲੇ ਜਿਹੜੇ ਪ੍ਰਧਾਨ USA ਦੇ ਸੀ ਉਹ ਪਿਛਲੀ ਮੀਟਿੰਗ 'ਚ ਉਹਨਾਂ ਨੇ ਮੈਨੂੰ ਨੋਮੀਨੇਟ ਕਰਤਾ ਤਾਂ ਉਹ ਯੂਨਾਨੀਮਸ ਮੈਨੂੰ ਬਣਾਤਾ। ਅਸੀਂ ਹਰ ਲਗਭਗ ਸਾਲ 'ਚ 2-3 ਵਾਰੀ ਮੀਟਿੰਗਾਂ ਕਰਦੇ ਹਾਂ। ਸਾਰੇ ਕੰਟਰੀਜ਼ ਆਪਣੀ ਆਪਣੀ ਰਿਪੋਰਟ ਦਿੰਦੇ ਆ ਕਿਸ ਕੰਟਰੀ 'ਚ ਪ੍ਰਿੰਟਿੰਗ 'ਚ ਕੀ ਪ੍ਰੋਬਲਮ ਆ ਰਹੀ ਹੈ, ਫਿਰ ਉਸ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ। ਅਸੀਂ ਇਹ ਡਿਸਕਸ ਕਰਦੇ ਹਾਂ ਔਰ ਉਹ ਜਿਹੜਾ ਵੀ ਉੱਥੇ ਡਿਸਕਸ਼ਨ ਹੁੰਦੀ ਹੈ ਆ ਕੇ ਫਿਰ ਆਪਣੀਆਂ ਜਿਹੜੀਆਂ ਐਸੋਸੀਏਸ਼ਨ ਹੈ, ਜਿਸ ਤਰ੍ਹਾਂ ਇੰਡੀਆ ਦੇ ਵਿੱਚ ਆਲ ਇੰਡੀਆ ਫੈਡਰੇਸ਼ਨ ਆਫ ਮਾਸਟਰ ਪ੍ਰਿੰਟਰਸ, ਇਹ ਲੱਕੀਲੀ ਮੈਂ ਉਸ ਦਾ ਵੀ ਪ੍ਰੈਜ਼ੀਡੈਂਟ ਅੱਜ ਕੱਲ੍ਹ। ਉਹ ਜਿਹੜੀ ਸੰਸਥਾ ਹੈ ਅਸੀਂ 2,50,000 ਪ੍ਰਿੰਟਰ ਹੈ, ਨੁਮਾਇੰਦੇ ਆ ਜਿਹੜੇ ਸਾਡੇ 2,50,000 ਪ੍ਰਿੰਟਰ, ਉਹਨੂੰ ਰਿਪਰੈਜ਼ੈਂਟ ਕਰਦੀ ਹੈ। ਔਰ ਉਹ ਦੁਨੀਆ ਦੀ ਸਭ ਤੋਂ ਵੱਡੀ ਐਸੋਸੀਏਸ਼ਨ ਹੈ ਪ੍ਰਿੰਟਰਸ ਦੀ, ਆਲ ਇੰਡੀਆ ਫੈਡਰੇਸ਼ਨ ਆਫ ਮਾਸਟਰ ਪ੍ਰਿੰਟਰਸ। ਫਿਰ ਜਿਹੜੀਆਂ ਉੱਥੇ ਸੁਜੈਸ਼ਨ ਆਉਂਦੀਆਂ ਹਨ ਵੱਖ-ਵੱਖ ਦੇਸ਼ਾਂ 'ਚ, ਇੱਦਾਂ ਇੰਡੀਆ 'ਚ ਅਸੀਂ ਉਹ ਡਿਸਕਸ ਕਰਦੇ ਹਾਂ, ਉਸ ਦੇ 'ਚ ਕਿਸ ਤਰ੍ਹਾਂ ਸਾਡੀਆਂ ਔਕੜਾਂ ਦੂਰ ਹੋ ਸਕਦੀਆਂ ਹਨ। ਸਭ ਤੋਂ ਵੱਡੀ ਇਹ ਕਿ ਆਪਸ 'ਚ ਸਹਿਯੋਗ ਕਰਕੇ ਅਸੀਂ ਕਿੱਦਾਂ ਨਿਕਲ ਸਕਦੇ ਹਾਂ ਅੱਗੇ। ਹੁਣ ਤੁਹਾਡੀ ਗੱਲ ਤੋਂ ਮੈਨੂੰ ਮੈਂ ਪੁੱਛਣਾ ਚਾਹਾਂਗਾ ਕਿ ਜਿਵੇਂ ਤੁਸੀਂ ਕਿਹਾ ਕਿ ਪੂਰੇ ਵਰਲਡ ਦੀ ਅਸੀਂ ਇੱਕ ਦੂਜੇ ਨਾਲ ਸਟ੍ਰੈਟਜੀ ਡਿਸਕਸ ਕਰਦੇ ਹਾਂ, ਪ੍ਰੋਬਲਮਸ ਡਿਸਕਸ ਕਰਦੇ ਹਾਂ ਤੇ ਉਹਨੂੰ ਦੂਰ ਕਰਦੇ ਹਾਂ। ਸੋ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਤੁਸੀਂ ਤਾਂ ਫਿਰ ਆਲਰੇਡੀ ਪੂਰੇ ਵਰਲਡ ਦੇ ਵਿੱਚ ਮੀਟਿੰਗਸ ਕਰ ਰਹੇ ਹੋ, ਸਾਰਾ ਕੁਝ ਕਰ ਰਹੇ ਹੋ, ਤੇ ਅੱਜ ਕੱਲ੍ਹ ਵਰਲਡ ਦੇ ਵਿੱਚ ਪ੍ਰਿੰਟਿੰਗ ਦਾ ਲੈ ਕੇ ਕੀ ਟ੍ਰੈਂਡ ਚੱਲ ਰਿਹਾ? ਸਾਨੂੰ ਇੱਥੇ ਬੈਠੇ ਸ਼ਾਇਦ ਇਹ ਲੱਗਦਾ ਕਿ ਪ੍ਰਿੰਟਿੰਗ ਦੇ ਵਿੱਚ ਲੋਕਾਂ ਦੀ ਰੀਡਿੰਗ ਹੈਬਿਟ ਤਾਂ ਘਟਦੀ ਜਾ ਰਹੀ ਹੈ। ਜੇ ਅਸੀਂ ਅੱਜ ਯੂਥ ਦੀ ਗੱਲ ਕਰੀਏ ਇੰਡੀਆ ਦੇ ਵਿੱਚ ਖਾਸ ਕਰਕੇ, ਕਿਹਾ ਜਾਂਦਾ ਕਿ 33 ਸਾਲ ਤੋਂ ਥੱਲੇ ਵਾਲਾ ਜਿਹੜਾ ਯੂਥ ਹੈ ਉਹ ਰੀਡਿੰਗ ਛੱਡ ਗਿਆ ਤੇ ਉਹਦਾ ਇੱਕ ਬੈਡ ਇਫੈਕਟ ਵੀ ਅਸੀਂ ਇਹ ਦੇਖ ਰਹੇ ਹਾਂ ਕਿ ਛੋਟੇ ਛੋਟੇ ਬੱਚਿਆਂ ਨੂੰ ਚਸ਼ਮੇ ਲੱਗਣੇ ਸ਼ੁਰੂ ਹੋ ਗਏ, ਗੈਜਟਸ ਆ ਗਏ ਹੈ। ਤੇ ਪਰ ਵਰਲਡ ਲੈਵਲ ਤੇ ਕੀ ਟ੍ਰੈਂਡ ਚੱਲ ਰਿਹਾ? ਕੀ ਇੱਦਾਂ ਦਾ ਹੀ ਹੈ ਉੱਥੇ ਵੀ ਮਾਹੌਲ? ਹੁਣ ਨਹੀਂ ਹੈ। ਅੱਛਾ, ਸ਼ੁਰੂਆਤ ਇੱਦਾਂ ਹੀ ਹੋਈ ਸੀ ਕਿਉਂਕਿ ਇਹ ਤੁਹਾਨੂੰ ਪਤਾ ਹੈ ਜੋ ਹੈ ਇਲੈਕਟ੍ਰੋਨਿਕ ਹੈ ਉੱਧਰੋਂ ਹੀ ਆਏ ਆ ਔਰ ਜਿਸ ਤਰ੍ਹਾਂ ਸਾਡੇ ਬੱਚੇ ਨੂੰ ਆਦਤ ਹੈ ਉੱਧਰ ਵੀ ਆਦਤ ਪਈ। ਲੇਕਿਨ ਸਾਡਾ ਜਿਹੜਾ ਕੰਮ ਕਰਨ ਦਾ ਸਿਸਟਮ ਹੈ ਔਰ ਉਹਨਾਂ ਕੰਟਰੀ ਦਾ ਕੰਮ ਕਰਨ ਦਾ ਸਿਸਟਮ ਥੋੜ੍ਹਾ ਜਿਹਾ ਫਰਕ ਹੈ। ਅੱਛਾ, ਉਹ ਸਟੱਡੀ ਕਰਦੇ ਆ, ਫੋਰਸੀ ਕਰਦੇ ਆ। ਅੱਜ ਤੋਂ ਮੈਨੂੰ ਯਾਦ ਹੈ ਲਗਭਗ 8 ਸਾਲ ਪਹਿਲੇ ਨਾਰਵੇ ਯੂਨੀਵਰਸਿਟੀ 'ਚ ਇੱਕ ਸਰਵੇ ਕੀਤਾ ਗਿਆ ਇਹ ਦੇਖਣ ਲਈ ਵੀ ਕਿਆ ਟੈਬ ਨਾਲ ਪੜ੍ਹਾਈ ਕਰਨੀ ਠੀਕ ਹੈ। ਉਹਨਾਂ ਨੇ ਬਰਾਬਰ ਨੰਬਰ ਦੇ ਬੱਚਿਆਂ ਨੂੰ ਅੱਧਿਆਂ ਨੂੰ ਟੈਬ ਦੇ ਦਿੱਤੇ ਤੇ ਅੱਧਿਆਂ ਨੂੰ ਕਿਤਾਬਾਂ ਦੇ ਦਿੱਤੀਆਂ। ਜਿਸ ਵਕਤ ਬਾਅਦ 'ਚ ਦੇਖਿਆ ਗਿਆ ਤਾਂ ਕਿਤਾਬਾਂ ਵਾਲੇ ਬੱਚਿਆਂ ਨੇ ਟੈਬ ਵਾਲੇ ਬੱਚਿਆਂ ਨਾਲੋਂ ਬਹੁਤ ਜ਼ਿਆਦਾ ਅੱਛਾ ਪਰਫਾਰਮ ਕੀਤਾ। ਜਿੱਥੇ ਉਹਨਾਂ ਨੂੰ ਲੱਗਿਆ ਕਿ ਵੀ ਟੈਬ ਨਾਲੋਂ ਕਿਤਾਬਾਂ ਪੜ੍ਹਨੀਆਂ ਜ਼ਰੂਰੀ ਹੈ। ਮੈਂ ਸਰ ਤੁਹਾਡੀ ਇਨਫੋਰਮੇਸ਼ਨ ਲਈ ਦੱਸਦਾ ਕਿ ਉਸ ਸਟੱਡੀ ਤੋਂ ਬਾਅਦ ਕੀ ਹੋਇਆ, ਅਮਰੀਕਾ ਨੇ ਆਪਣੇ ਸਕੂਲਾਂ 'ਚ ਟੈਬ ਬੰਦ ਕਰਤੇ, ਚਾਈਨਾ ਨੇ 10 ਸਾਲ ਸਕੂਲਾਂ 'ਚ ਟੈਬ ਲਗਾਏ, ਉਹਨਾਂ ਨੇ ਵੀ ਬੰਦ ਕਰਤੇ। ਇਹ ਚੀਜ਼ ਦੇਖਦੇ ਹੋਏ ਕਿਉਂਕਿ ਟੈਬ ਨਾਲ ਬੱਚਿਆਂ ਦੀ ਮੈਂਟਲ ਗਰੋਥ ਨਹੀਂ ਹੁੰਦੀ, ਜਿਹੜੀ ਤੁਹਾਡੀ ਰੀਡਿੰਗ ਹੈ ਸਿਰਫ ਅੱਖਾਂ 'ਤੇ ਰਹਿ ਜਾਂਦੀ ਹੈ, ਦਿਮਾਗ 'ਚ ਨਹੀਂ ਜਾਂਦੀ। ਪਰ ਸਰ ਜੇ ਅੱਜ ਅਸੀਂ ਗੱਲ ਕਰਦੇ ਹਾਂ ਅਸੀਂ ਤਾਂ ਛੋਟੀ ਤੋਂ ਛੋਟੀ ਗੱਲ ਫਟਾਫਟ ਕਹਿੰਦੇ ਹਾਂ ਜੀ ਗੂਗਲ ਬਾਬਾ ਖੋਲ੍ਹਿਆ ਤੇ ਸਭ ਕੁਝ ਕੱਢ ਲਿਆ। ਇਹੀ ਪ੍ਰੋਬਲਮ ਹੈ ਸਰ। ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੂੰਗਾ, ਜਿਸ ਵਕਤ ਮੋਬਾਈਲ ਨਹੀਂ ਸੀ ਤੁਸੀਂ ਨੰਬਰ ਡਾਇਲ ਕਰਦੇ ਸੀ ਕਦੀ। ਹਾਂਜੀ, ਸਾਨੂੰ ਮੈਮਰੀ ਪਾਵਰ ਦੀ ਦਵਾਈਆਂ ਲੈਣੀਆਂ ਪੈ ਰਹੀਆਂ। ਇਹਦਾ ਹੋਇਆ ਕੀ, ਆਪਣਾ ਦਿਮਾਗ ਹੋਇਆ ਕਿ ਸਾਡਾ ਦਿਮਾਗ ਨਹੀਂ ਕੰਮ ਅਸੀਂ ਕਰ ਪਾ ਰਿਹਾ। ਹਾਂ ਅਸੀਂ ਪੜ੍ਹ ਲਿਆ, ਅਸੀਂ ਬਹੁਤ ਜ਼ਿਆਦਾ, ਮੈਂ ਨਹੀਂ ਕਹਿੰਦਾ ਸ਼ਾਰਟ ਟਾਈਮ ਹੋ ਗਿਆ ਤੁਸੀਂ ਕਹਿ ਰਹੇ ਡਿਜੀਟਲ, ਮੈਂ ਨਹੀਂ ਕਹਿੰਦਾ ਡਿਜੀਟਲ ਮਾੜੀ ਚੀਜ਼ ਹੈ, ਇਲੈਕਟ੍ਰੋਨਿਕ ਡਿਜੀਟਲ ਬਹੁਤ ਅੱਛੀ ਚੀਜ਼ ਹੈ, ਇਸ ਦੀ ਨਾਲ ਵੀ ਗਰੋਥ ਹੋਣੀ ਹੈ। ਹੁਣ ਅਸੀਂ ਟਰਾਈ ਕਰ ਰਹੇ ਹਾਂ ਕਿ ਪ੍ਰਿੰਟਿੰਗ ਔਰ ਡਿਜੀਟਲ ਨੂੰ ਮਿਲਾ ਦਈਏ। ਬਿਲਕੁਲ ਠੀਕ, ਅਸੀਂ ਕੁਝ ਐਸਾ ਕਰੀਏ ਔਰ ਆਲਰੇਡੀ ਅਸੀਂ ਕਰ ਵੀ ਰਹੇ ਹਾਂ, ਐਕਸਪੈਰੀਮੈਂਟ ਕਰ ਰਹੇ ਹਾਂ। ਜਿਸ ਤਰ੍ਹਾਂ ਕਿਸੇ ਕੋਈ ਲਿਕੁਇਡ ਆ ਉਹ ਕਿੰਨਾ ਭਾਰ ਹੈ ਉਸਦਾ, ਉਹਦਾ ਟੈਂਪਰੇਚਰ ਕੀ ਹੈ, ਕਿਆ ਉਹ ਪੀਣ ਦੇ ਖਾਣ ਦੇ ਕਾਬਲ ਹੈ ਕਿ ਨਹੀਂ ਹੈ, ਬਾਹਰ ਲੈਵਲ ਤੋਂ ਪਤਾ ਲੱਗ ਜਾਏਗਾ। ਉਹ ਪ੍ਰਿੰਟਿੰਗ ਔਰ ਇਲੈਕਟ੍ਰੋਨਿਕ ਮਿਲਾ ਰਹੇ ਹਾਂ, ਉਹ ਇੱਕ ਅਲੱਗ ਚੀਜ਼ ਹੈ। ਲੇਕਿਨ ਜਿਹੜੀ ਮੈਂ ਤੁਹਾਨੂੰ ਸਵਾਲ ਉੱਥੇ ਆ ਰਿਹਾ ਪਹਿਲੇ ਜੋ ਮੈਂ ਤੁਹਾਨੂੰ ਪੁੱਛਿਆ ਸੀ, ਆਪਾਂ ਉਸ ਲਈ ਦਿਮਾਗ ਯੂਜ਼ ਕਰਦੇ ਸੀ, ਸਾਡਾ ਦਿਮਾਗ ਸ਼ਾਰਪ ਰਹਿੰਦਾ ਸੀ, ਸਾਨੂੰ ਬਹੁਤ ਸਾਰੇ ਨੰਬਰ ਉਦੋਂ ਹੀ ਯਾਦ ਰਹਿੰਦੇ ਸੀ ਜਿਹੜੇ ਹਜ਼ਾਰਾਂ ਨੰਬਰ। ਹਾਂ ਬਿਲਕੁਲ ਠੀਕ ਹੈ ਜੀ। ਨਾਰਵੇ 'ਚ ਇਹੀ ਦੇਖਿਆ ਗਿਆ ਜਿਹੜੀ ਯੂਨੀਵਰਸਿਟੀ 'ਚ, ਉਹ ਰਿਸਰਚ ਨੂੰ ਬੇਸ ਕਰਦੇ ਉਹਨਾਂ ਨੇ ਕਿਹਾ ਬੱਚਿਆਂ ਦੀ ਮੈਂਟਲ ਗਰੋਥ ਨਹੀਂ ਹੋ ਰਹੀ ਜੀ, ਫਿਜ਼ੀਕਲ ਗਰੋਥ ਹੈ, ਜਿਹੜੀ ਮੈਂਟਲੀ ਉਹਨਾਂ ਦੀ ਸੋਚ ਉੱਥੇ ਲਿਮਿਟ ਕਰ ਗਈ। ਕਿਉਂਕਿ ਅੱਗੇ ਜਿਵੇਂ ਤੁਸੀਂ ਗੂਗਲ ਦਾ ਨਾਂ ਲਿਆ, ਅੱਗੇ ਕੋਈ ਚੀਜ਼ ਲੱਭਣੀ ਸੀ ਜ਼ੋਰ ਲਗਾਉਂਦਾ ਸੀ ਦਿਮਾਗ 'ਤੇ, ਹੁਣ ਦਿਮਾਗ 'ਤੇ ਜ਼ੋਰ ਲੈ ਇੱਕਦਮ ਗੂਗਲ ਦੇਖਿਆ ਔਰ ਉਸ ਨੂੰ ਸੱਚ ਵੀ ਮੰਨ ਲਈਦਾ। ਸਰ ਗੂਗਲ ਸੱਚ ਨਹੀਂ ਹੁੰਦਾ, ਗੂਗਲ ਉਹੀ ਕੋਈ ਜੋ ਅਸੀਂ ਭਰਦੇ ਹਾਂ।
ਬਿਲਕੁਲ ਠੀਕ ਹੈ। ਗੂਗਲ ਦਾ ਆਪਣਾ ਕੋਈ ਡਾਟਾ ਨਹੀਂ ਹੈ। ਹਾਂ, ਜੋ ਅਸੀਂ ਫੇਸਬੁੱਕ, ਹਾਂ ਅਸੀਂ ਲੋਕ ਭਰਾਂਗੇ, ਜੋ ਭਰਿਆ ਜਾਂਦਾ ਉਹ ਤੁਹਾਨੂੰ ਮਿਲ ਜਾਂਦਾ। ਸਰ, ਤੁਹਾਡੀ ਇਸ ਗੱਲ ਤੋਂ ਅਸੀਂ ਫਿਰ ਮੈਂ ਇਹ ਪੁੱਛਣਾ ਚਾਹਾਂਗਾ, ਤੁਸੀਂ ਤਾਂ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਰਹੇ ਹੋ ਪ੍ਰਿੰਟਿੰਗ ਦੇ ਵਿੱਚ, ਔਰ ਇੰਨੀ ਤੁਹਾਡੇ ਕੋਲ ਜਨਰਲ ਨੌਲੇਜ ਹੈ, ਸੋ ਤੁਸੀਂ ਅਲੱਗ-ਅਲੱਗ ਪਲੇਟਫਾਰਮਾਂ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਵੀ ਹੋਵੋਗੇ, ਮੈਨੂੰ ਉਮੀਦ ਹੈ। ਹੁਣ ਇੰਟਰਨੈਸ਼ਨਲ ਲੈਵਲ ਦੀ ਤੁਸੀਂ ਰਿਪਰੈਜ਼ੈਂਟ ਕਰੋਗੇ ਅਤੇ ਉਹਨੂੰ ਵੀ ਸਟੱਡੀ ਕਰੋਗੇ। ਫਿਰ ਇੰਡੀਆ ਦੇ ਵਿੱਚ ਅੱਜ ਅਸੀਂ ਹੁਣ ਹਜੇ ਸਾਡੇ ਗਵਰਨਮੈਂਟ ਸਕੂਲਸ ਤੋਂ ਲੈ ਕੇ ਜਿਹੜੇ ਪ੍ਰਾਈਵੇਟ ਸਕੂਲਸ ਹੈ, ਹੁਣ ਹਜੇ ਸਮਾਰਟ ਕਲਾਸਿਸ ਅਸੀਂ ਸ਼ੁਰੂ ਕਰਨ ਲੱਗੇ ਹਾਂ। ਫਿਰ ਜੇ ਇੱਦਾਂ ਦੀ ਗੱਲ ਹੈ ਕਿ ਉੱਥੋਂ ਰਿਵਰਸ ਗੇਅਰ ਪੈ ਚੁੱਕਾ ਇੰਟਰਨੈਸ਼ਨਲ ਲੈਵਲ 'ਤੇ, ਸੋ ਵਾਈ ਨਾਟ ਤੁਸੀਂ ਉਹ ਚੀਜ਼ਾਂ ਇੱਥੇ ਸਾਂਝੀਆਂ ਕਰਦੇ ਕਿ ਇੱਥੇ ਜ਼ਰੂਰੀ ਹੈ ਸੀ ਕਿ ਮਤਲਬ ਅਸੀਂ ਪਹਿਲਾਂ ਜੇ ਮਤਲਬ ਅਸੀਂ ਵੀ ਗਲਤੀ ਕਰੀਏ, ਫਿਰ ਅਸੀਂ ਉੱਥੇ ਤੱਕ ਪਹੁੰਚੀਏ, ਫਿਰ ਵਾਪਸ ਆਈਏ। ਮਤਲਬ ਜੇ ਨਕਲ ਮਾਰਨੀ ਹੈ ਤੇ ਤੁਸੀਂ ਕਹਿੰਦੇ ਹੋ ਅਸੀਂ ਅਕਲ ਨਾਲ ਮਾਰ ਲਈਏ। ਸਰ ਇਹਦੇ ਦੋ ਕਾਰਨ ਹੈ। ਪਹਿਲੀ ਗੱਲ ਤਾਂ ਜਿਹੜੀ ਉਹ ਰਿਸਰਚ ਸੀ ਇੱਥੇ ਅਸੀਂ ਪਬਲਿਸ਼ ਕੀਤੀ ਹੈ, ਬਹੁਤ ਸਾਰੇ ਅਖਬਾਰਾਂ ਨੇ ਵੀ ਲਈ ਹੈ ਔਰ ਮੈਗਜ਼ੀਨਾਂ 'ਚ ਵੀ ਛਪੀ ਹੈ। ਇਹ ਨਹੀਂ ਵੀ ਇੱਥੇ ਲੋਕਾਂ ਨੂੰ ਪਤਾ ਹੈ, ਲੇਕਿਨ ਉਹ ਕੰਮ ਸੌਖਾ ਲੱਗਦਾ ਹੈ, ਮਜ਼ੇਦਾਰ ਲੱਗਦਾ ਹੈ, ਗੇਮਾਂ ਜਿਹਾ ਲੱਗਦਾ, ਉਸ ਨੂੰ ਲੋਕੀ ਇੰਜੋਏ ਕਰਦੇ ਸਿਰਫ। ਤੁਸੀਂ ਕਹਿੰਦੇ ਹੋ ਕਿ ਲੋਕੀ ਵੀ ਥੋੜੀ ਆਪਣੇ ਮਤਲਬ ਦੀ ਗੱਲ ਫਟਾਫਟ ਈਜ਼ੀ ਅਪਰੋਚ ਹੋ ਗਈ, ਲੋਕਾਂ ਈਜ਼ੀ ਅਪਰੋਚ ਹੋ ਗਈ, ਉਹਨਾਂ ਨੂੰ ਸੌਖਾ ਲੱਗਦਾ, ਇਸ ਕਰਕੇ ਵਰਤ ਰਹੇ ਆ। ਉਸ ਦਾ ਆਫਟਰ ਇਫੈਕਟ ਨਹੀਂ ਸੋਚਦੇ ਕਿ ਬਾਅਦ 'ਚ ਕੀ ਹੋਏਗਾ। ਜੇ ਉਹ ਬਾਅਦ ਦਾ ਸੋਚਣਗੇ ਤਾਂ ਫਿਰ ਠੀਕ ਕਰਨਗੇ। ਹੁਣ ਇਸ ਚੀਜ਼ ਉੱਤੇ ਤਾਂ ਗੌਰਮੈਂਟ ਹੀ ਸਖਤੀ ਕਰ ਸਕਦੀ ਹੈ। ਅਗਰ ਗੌਰਮੈਂਟ ਚਾਹੇ ਉਹ ਕਹੇ ਨਹੀਂ ਕਿਤਾਬਾਂ ਨਾ ਪੜ੍ਹਨਾ ਪਏਗਾ ਤਾਂ ਬੱਚੇ ਪੜ੍ਹਨਗੇ, ਮਜਬੂਰੀ ਪੜ੍ਹਨਗੇ। ਇਸ ਦਾ ਸਟੈਪ ਅਗਰ ਅਸੀਂ ਬੱਚਿਆਂ 'ਤੇ ਛੱਡ ਦਿਆਂਗੇ, ਹੁਣ ਜਿਹੜੀ ਤੁਸੀਂ ਹੁਣ ਸਮਾਰਟ ਕਲਾਸਿਸ ਦੀ ਗੱਲ ਲਈ, ਉਹ ਤਾਂ ਇੱਕ ਕੁਦਰਤੀ, ਇਹ ਦੇਖੋ 100-150 ਸਾਲ ਬਾਅਦ ਕੀ ਹੋਇਆ। ਪਹਿਲੇ ਮੈਨੂੰ ਪਤਾ 125-30 ਸਾਲ ਪਹਿਲੇ ਇੱਦਾਂ ਹੋਇਆ ਸੀਗਾ, ਜਿਹੜਾ ਹੁਣ ਦੁਬਾਰਾ ਹੋ ਗਿਆ। ਇੱਕ ਕੋਵਿਡ ਦਾ ਮਸਲਾ ਹੋ ਗਿਆ, ਆਪਾਂ ਬਾਹਰ ਨਹੀਂ ਨਿਕਲ ਸਕਦੇ, ਸੋਸ਼ਲ ਡਿਸਟੈਂਸ ਰੱਖਣੀ ਪਏਗੀ। ਇੱਕ ਡਰ ਫੈਲਾ ਦਿੱਤਾ ਗਿਆ ਕਿ ਅਗਰ ਆਪਾਂ ਨੇੜੇ ਜਾਵਾਂਗੇ ਤਾਂ ਕੋਵਿਡ ਹੋ ਜਾਏਗਾ, ਜਿਸ ਦੀ ਕੋਈ ਦਵਾਈ ਅਜੇ ਤੱਕ ਨਹੀਂ ਬਣੀ। ਉਸ ਚੀਜ਼ ਨੂੰ ਦੇਖਦੇ ਸਕੂਲ ਬੰਦ ਹੋ ਗਏ। ਉਹਨਾਂ ਨੂੰ ਹੁਣ ਬੱਚਿਆਂ ਦਾ ਪੜ੍ਹਾਉਣਾ ਸੀ ਤਾਂ ਈਜ਼ੀ ਅਪਰੋਚ ਲੱਗੀ। ਯਾਰ ਤੁਸੀਂ ਯਾਦ ਕਰੋ, ਮੈਂ ਇੱਕ ਗੱਲ ਕਹਿਣੀ ਚਾਹਾਂਗਾ ਵਿੱਚ, ਮੈਂ ਉਹ ਗੱਲ ਛੱਡ ਕੇ, ਜਿਸ ਕੋਵਿਡ ਤੋਂ ਪਹਿਲੇ ਸਕੂਲ ਸੀ ਤਾਂ ਬੱਚਿਆਂ ਨੂੰ ਮੋਬਾਈਲ ਸਕੂਲ 'ਚ ਲਿਜਾਣਾ ਅਲਾਉਡ ਨਹੀਂ ਸੀ, ਤੇ ਉਹਨੂੰ ਸਕੂਲ ਹੀ ਮੋਬਾਈਲ 'ਚ ਲੱਗਣ ਲੱਗ ਗਿਆ। ਕਿਆ ਉਹ ਠੀਕ ਸੀ ਕਿ ਇਹ ਠੀਕ ਸੀ? ਆਪਾਂ ਇੱਕ ਈਜ਼ੀ ਅਪਰੋਚ ਦੇਖੀ। ਦੇਖੋ ਤੁਹਾਨੂੰ ਯਾਦ ਹੈ, ਉਦੋਂ ਸਕੂਲ 'ਚ ਬੱਚਿਆਂ ਨੂੰ ਮੋਬਾਈਲ ਨਹੀਂ ਲਿਜਾਣ ਦਿੰਦੇ ਸੀ। ਸਗੋਂ ਅਸੀਂ ਟੀਚਰ ਨੂੰ ਕੰਪਲੇਂਟ ਕਰਦੇ ਸੀ ਕਿ ਬੱਚੇ ਨੂੰ ਡਾਂਟੋ ਜੀ, ਇਹ ਮੋਬਾਈਲ ਬਹੁਤ ਗੇਮ ਖੇਡਦਾ ਹੈ। ਬੱਚੇ ਨਹੀਂ ਲਿਜਾਣ ਦਿੰਦੇ ਸਰ, ਉੱਥੇ ਮੋਬਾਈਲ ਜ਼ਬਤ ਹੋ ਜਾਂਦੇ ਸੀ। ਹਾਂ ਬਿਲਕੁਲ, ਉਹ ਤਾਂ ਹੈ ਹੀ ਹੈ। ਤੇ ਹੁਣ ਸਕੂਲ ਹੀ ਮੋਬਾਈਲ 'ਚ ਲੱਗਣ ਲੱਗ ਗਿਆ। ਬਿਲਕੁਲ ਠੀਕ ਹੈ। ਤੇ ਇਹ ਜਿਹੜਾ ਡਿਫਰੈਂਸ ਆ ਗਿਆ, ਇਹ ਡਿਊ ਟੂ ਕੋਵਿਡ ਆਇਆ। ਹੁਣ ਕੀ ਹੈ ਕਿ ਹੁਣ ਇਸ ਦਾ ਇੱਕ ਅਸਰ ਪਏਗਾ, ਜੋ ਮੈਂ ਸੋਚਦਾ ਟੀਚਰਾਂ ਨੂੰ ਵੀ ਆਦਤ ਪੈ ਗਈ ਘਰ ਬੈਠ ਕੇ ਪੜ੍ਹਾਉਣ ਦੀ, ਬੱਚਿਆਂ ਨੂੰ ਵੀ ਆਦਤ ਪੈ ਗਈ, ਔਰ ਇਹ ਸੌਖਾ ਵੀ ਲੱਗਣ ਲੱਗ ਗਿਆ। ਹੋ ਸਕਦਾ ਦੂਜੀ ਰੂਟੀਨ 'ਤੇ ਆਈਏ ਹੀ ਨਾ, ਹੋ ਸਕਦਾ ਅਸੀਂ ਈਜ਼ੀ ਅਪਰੋਚ ਨੂੰ ਅਡਾਪਟ ਕਰ ਲਈਏ। ਉਸ ਹੈ ਤਾਂ ਠੀਕ ਨਹੀਂ ਹੈ, ਲੇਕਿਨ ਕਿਉਂਕਿ ਗੱਲ ਹੈ ਕਿ ਜਦੋਂ ਇਹ ਅਡਾਪਟ ਹੋ ਜਾਏਗੀ, ਅੱਜ ਅਸੀਂ ਜਿਸ ਤਰ੍ਹਾਂ ਕਹਿੰਦੇ ਸਿਲਿਕਨ ਵੈਲੀ 'ਚ ਸਾਡੇ 60% ਬੱਚੇ ਬੈਠੇ ਹੈ, ਸਾਰੇ ਸੌਫਟਵੇਅਰ ਸਾਡੇ ਐਕਸਪਰਟ ਬੈਠੇ ਆ, ਫਿਰ ਨਹੀਂ ਬੈਠਣਗੇ। ਬਿਲਕੁਲ ਠੀਕ ਹੈ। ਤੇ ਸਰ ਗੱਲ ਕਰੀਏ ਕਿ ਹੁਣ ਤੁਸੀਂ ਜਿਵੇਂ ਵਰਲਡ ਲੈਵਲ ਤੇ ਇਹਨੂੰ ਰਿਪਰੈਜ਼ੈਂਟ ਕਰੋਗੇ ਫੋਰਮ ਨੂੰ, ਸੋ ਕੀ ਤੁਹਾਡੀ ਸਟ੍ਰੈਟਜੀ ਰਹੇਗੀ, ਕੀ ਤੁਹਾਡੀ ਸੋਚ ਹੈ ਕਿ ਇਹਨੂੰ ਹੁਣ ਇਹਦੇ ਨਾਲ ਇੰਡੀਅਨ ਜਿਹੜੀ ਪ੍ਰਿੰਟਿੰਗ ਇੰਡਸਟਰੀ ਹੈ, ਉੱਥੇ ਦੇ ਵੀ ਤੁਸੀਂ ਪ੍ਰਧਾਨ, ਔਰ ਟੱਚਵੁੱਡ ਮਤਲਬ ਤੁਸੀਂ ਤਾਂ ਦੋ ਪਾਸੇ ਵਰਲਡ ਰਿਕਾਰਡ ਇਤਿਹਾਸ ਬਣਾ ਲਿਆ। ਪਹਿਲਾਂ ਤਾਂ ਲੋਕਲ ਦੇ ਸਭ ਤੋਂ ਵੱਡੀ ਏਸ਼ੀਆ ਦੀ ਕਹਿ ਲਓ, ਵਰਲਡ ਦੀ ਜਿਹੜੀ ਹੈਗੀ ਹੈ ਪ੍ਰਿੰਟਿੰਗ ਐਸੋਸੀਏਸ਼ਨ, ਉਹਦੇ ਪ੍ਰਧਾਨ, ਫਿਰ ਪਹਿਲੀ ਵਾਰੀ ਵਰਲਡ 'ਤੇ ਰਿਪਰੈਜ਼ੈਂਟੇਸ਼ਨ ਵੀ ਤੁਹਾਨੂੰ ਮਿਲੀ। ਸੋ ਇਹਦੇ ਵਿੱਚ ਅਸੀਂ ਇਹ ਪੁੱਛਣਾ ਚਾਹਾਂਗੇ ਕਿ ਕੀ ਤੁਸੀਂ ਸਟ੍ਰੈਟਜੀ ਲੈ ਕੇ ਚੱਲੋਗੇ ਕਿ ਇੰਡੀਅਨ ਇੰਡਸਟਰੀ ਨੂੰ ਹੋਰ ਥੋੜ੍ਹਾ ਜਿਹਾ ਵਾਸਟ ਹੋਵੇ। ਸੋ ਇੱਦਾਂ ਦੀਆਂ ਸਟੱਡੀਆਂ ਵੀ ਤੁਸੀਂ ਜ਼ਰੂਰ ਸ਼ੇਅਰ ਕਰਦੇ ਰਹੋ, ਤਾਂ ਕਿ ਲੋਕੀ ਜਿਹੜੇ ਗਲਤੀ ਕਰਨ ਤੋਂ ਬਚ ਸਕਣ। ਜਿੰਨੇ ਸੂਝਵਾਨ ਹੋਣ ਉਹਨੇ ਤਾਂ ਬਚਣ, ਚਲੋ ਬਾਕੀ ਸਭ ਦਾ ਆਪਾਂ ਨਹੀਂ ਕਹਿ ਸਕਦੇ। ਸਰ ਇਸ ਤਰ੍ਹਾਂ ਕਿ ਜਿਹੜੀ ਜਿਸ ਵਕਤ ਆਪਾਂ ਕਿਸੇ ਵੀ ਚੇਅਰ 'ਤੇ ਪਹੁੰਚਦੇ ਹਾਂ, ਹੁਣ ਜਿਸ ਵੇਲੇ ਮੈਂ ਵਰਲਡ ਦੀ ਚੇਅਰ 'ਤੇ ਪਹੁੰਚਾਂ ਤਾਂ ਮੈਨੂੰ ਸਾਰੇ ਕੰਟਰੀ ਮੇਰੇ ਵਾਸਤੇ ਬਰਾਬਰ ਹੈ, ਭਾਵੇਂ ਉਹ ਇੰਡੀਆ ਹੈ, ਭਾਵੇਂ ਉਹ ਚਾਈਨਾ ਹੈ, ਭਾਵੇਂ ਜਾਪਾਨ ਹੈ, ਸਾਰੇ ਵਾਸਤੇ ਬਰਾਬਰ ਹੋ ਜਾਂਦੇ ਆ। ਸਾਨੂੰ ਨੈਟਵਰਕਿੰਗ ਕਰਕੇ ਐਸੇ ਸੋਲੂਸ਼ਨ ਕੱਢਣੇ ਪੈਣਗੇ ਕਿ ਸਾਰੇ ਕੰਟਰੀ ਨੂੰ ਫਾਇਦਾ ਹੋਵੇ। ਇੰਡੀਅਨ ਤਾਂ ਹੋਵੇ ਹੀ, ਲੇਕਿਨ ਇਹ ਨਹੀਂ, ਮੈਂ ਨਹੀਂ ਕਹਿ ਸਕਦਾ ਸਿਰਫ ਇੰਡੀਆ ਨੂੰ ਫਾਇਦਾ ਹੋ ਬਾਕੀਆਂ ਨੂੰ ਨਾ ਹੋਵੇ। ਉਹ ਸਭ ਨੂੰ ਹੋਣਾ ਚਾਹੀਦਾ ਹੈ। ਔਰ ਜਿੱਥੋਂ ਤੱਕ ਮੇਨ ਚੀਜ਼ ਹੈ ਕਿ ਇੱਕ ਸਾਨੂੰ ਮੇਜਰ ਜੋ ਐਡਵਾਂਟੇਜ ਹੁੰਦਾ ਕਿ ਅਸੀਂ ਉੱਥੋਂ ਕੁਝ ਨਵੀਆਂ ਚੀਜ਼ਾਂ, ਡੈਫੀਨਿਟਲੀ ਉਹਨਾਂ ਨੇ ਕੁਝ ਨਵੀਆਂ ਕੱਢੀਆਂ, ਮੇਬੀ ਚਾਈਨਾ 'ਚ ਨਿਕਲੀਆਂ ਜਾਂ ਜਰਮਨੀ ਨਿਕਲੀਆਂ ਜਾਂ ਯੂਰਪ 'ਚ ਨਿਕਲੀਆਂ, ਉਹ ਇੰਡੀਅਨ ਨੂੰ ਦੱਸਾਂਗੇ। ਨਵੀਂ ਰਿਸਰਚ ਆਏਗੀ, ਤਾਂ ਉਹ ਰਿਸਰਚ ਜਦੋਂ ਲੋਕੀ ਜਾਗਰੂਕ ਹੋਣਗੇ ਤਾਂ ਉਧਰਲੇ ਪਾਸੇ ਆ ਜਾਣਗੇ। ਉਹਨਾਂ ਨੂੰ ਅਸੀਂ ਸਟੱਡੀ ਆਲਰੇਡੀ ਦੱਸਦੇ ਹਾਂ, ਹੋਰ ਦੱਸੀ ਜਾਏਗੀ।
ਜਿਹੜਾ ਮੇਜਰ ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਸੀ ਕਿ ਉੱਥੇ ਬੈਠ ਕੇ ਜਿਹੜਾ ਮੇਰਾ ਏਮ ਹੈ ਕਿ ਅਸੀਂ ਨੈਟਵਰਕਿੰਗ ਕਰੀਏ, ਜਿਸ ਕੰਟਰੀ 'ਚ ਜੋ ਚੀਜ਼ ਠੀਕ ਹੈ ਉੱਥੋਂ ਲੈ ਲਈਏ, ਜਿੱਥੇ ਜੋ ਚੀਜ਼ ਦੀ ਕਮੀ ਉੱਥੇ ਦੇ ਦਈਏ। ਉਸ ਦੇ ਨਾਲ ਇੱਕ ਨੈਟਵਰਕਿੰਗ ਨਾਲ ਸਾਰੇ ਕੰਟਰੀ ਰਾਈਜ਼ ਕਰਨਗੇ। ਜਿਸ ਤਰ੍ਹਾਂ ਇੰਡੀਆ ਦੇ ਵਿੱਚ ਸਾਡੇ ਕੋਲ ਲੇਬਰ ਸਸਤੀ ਹੈ, ਯੂਰਪ 'ਚ ਲੇਬਰ ਬੜੀ ਮਹਿੰਗੀ ਹੈ, ਆਪਾਂ ਇਹ ਵੀ ਕਰ ਸਕਦੇ ਹਾਂ ਜੀ। ਤੁਹਾਡਾ ਕੰਮ ਅਸੀਂ ਛਾਪ ਦਿੰਦੇ ਹਾਂ, ਕਾਗਜ਼ ਤੁਹਾਡੇ ਕੋਲ ਅਸੀਂ ਲੈ ਲੈਂਦੇ ਹਾਂ, ਬਰਾਬਰ ਹੋ ਗਿਆ। ਬਿਲਕੁਲ ਠੀਕ ਹੈ। ਤੁਹਾਡੇ ਕੋਲ ਮਸ਼ੀਨ ਲੈ ਲੈਂਦੇ ਹਾਂ, ਕੰਮ ਤੁਹਾਡਾ ਛਾਪ ਦਿੰਦੇ ਹਾਂ। ਆਲਰੇਡੀ ਅਸੀਂ ਇੱਥੇ ਕੀਤਾ ਹੈ। ਮੈਂ ਤੁਹਾਡੀ ਨੌਲੇਜ ਦੱਸਾਂਗਾ ਕਿ ਅਸੀਂ ਪਿਛਲੇ ਸਾਲ ਇੱਕ ਸਮਝੌਤਾ ਕੀਤਾ ਜਾਪਾਨ ਦੀ ਫਰਮ ਨਾਲ। ਉਹਨਾਂ ਨੇ ਫ੍ਰੀ ਮਸ਼ੀਨ ਲਗਾਈ ਹੈ ਇੱਥੇ, ਸਾਡੇ ਜਿਹੜੇ ਪ੍ਰਧਾਨ ਉਹਨਾਂ ਦੀ ਫੈਕਟਰੀ ਲਵਾਈ ਅਸੀਂ ਭਾਰਤ ਬਾਕਸ। ਮਤਲਬ ਉਹਨਾਂ ਨੇ ਐਕਸਪੈਰੀਮੈਂਟਲ ਲਾਣੀ ਸੀ, ਮਸ਼ੀਨ ਫ੍ਰੀ ਦਿੱਤੀ ਹੈ। ਸਿਰਫ ਮਸ਼ੀਨ ਫ੍ਰੀ ਨਹੀਂ ਹੈ, ਉਸ ਮਸ਼ੀਨ ਦੀ ਪ੍ਰੋਡਕਸ਼ਨ ਦਾ 60% ਉਹ ਖਰੀਦ ਵੀ ਲੈਣਗੇ। ਅੱਛਾ। ਤੇ ਬਾਏ ਜੋ ਵੀ ਤੁਸੀਂ ਬਣਾਓਗੇ 60% ਉਹ ਹੀ ਲੈ ਜਾਣਗੇ। ਤੇ ਇਹੋ ਜਿਹੇ ਐਕਸਪੈਰੀਮੈਂਟ ਵਰਲਡ ਲੈਵਲ ਤੇ, ਕਿਉਂਕਿ ਉਹਨਾਂ ਨੇ ਮਸ਼ੀਨਾਂ ਵੇਚਣੀਆਂ। ਜਦੋਂ ਇਹ ਮਸ਼ੀਨ ਇੱਕ ਚੱਲੇਗੀ ਉਹਨੂੰ ਦੇਖ ਕੇ ਹੋਰ ਗਾਹਕ ਪੈਦਾ ਹੋਣਗੇ। ਇਸ ਤਰ੍ਹਾਂ ਦੀ ਅਸੀਂ ਹੋਰ ਸਕੀਮਾਂ ਵੀ ਬਣਾ ਸਕਦੇ ਹਾਂ। ਅਸੀਂ ਕਹਾਂਗੇ ਤੁਹਾਡੀ ਮਸ਼ੀਨ ਅਸੀਂ ਲੈ ਲੈਂਦੇ, ਪ੍ਰਿੰਟ ਸਾਡੇ ਕੋਲ ਕਰਾ ਲਓ। ਇਹ ਨੈਟਵਰਕਿੰਗ ਥਰੂਆਊਟ ਇੰਡੀਆ ਨਹੀਂ, ਥਰੂਆਊਟ ਵਰਲਡ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਗਰੋਥ ਸਭ ਦੀ ਬਰਾਬਰ ਹੋਏ। ਜੇ ਗੱਲ ਕਰੀਏ ਤੁਹਾਡੇ ਤੋਂ ਇੱਕ ਚੀਜ਼ ਸਮਝਣੀ ਚਾਹਾਂਗੇ ਕਿ ਪ੍ਰਿੰਟਿੰਗ ਇੰਡਸਟਰੀ, ਜਿਵੇਂ ਕਿ ਆਲਰੇਡੀ ਤੁਸੀਂ ਜਿੰਨੀ ਵਧੀਆ ਗੱਲਾਂ ਕੀਤੀਆਂ, ਸਾਨੂੰ ਲੱਗ ਰਿਹਾ ਕਿ ਤੁਸੀਂ ਪਹਿਲੇ ਹੀ ਬਹੁਤ ਮਿਹਨਤ ਕਰ ਰਹੇ ਹੋਗੇ, ਪਰ ਜੇ ਸਭ ਤੋਂ ਬੈਸਟ ਜਿਹੜੇ ਪ੍ਰਿੰਟਿੰਗ ਸੈਕਟਰ ਦੇ ਵਿੱਚ ਜਿਹੜੀ ਮਸ਼ੀਨਰੀਜ਼ ਹੈ, ਟੈਕਨੋਲੋਜੀਜ਼ ਹੈ, ਉਹ ਕਿਹੜੇ ਕੰਟਰੀਜ਼ ਦੀ ਹੈਗੀ? ਇਸ ਤਰ੍ਹਾਂ ਪ੍ਰਿੰਟਿੰਗ ਦੇ 3 ਹਿੱਸੇ ਹੁੰਦੇ ਆ। ਇੱਕ ਤਾਂ ਪ੍ਰੀ ਪ੍ਰੈਸ, ਜਿਹੜਾ ਮਸ਼ੀਨ ਤੇ ਚੜ੍ਹਨ ਤੋਂ ਪਹਿਲਾਂ। ਇੱਕ ਪ੍ਰੈਸ ਮਸ਼ੀਨ ਵਾਲਾ ਕੰਮ ਰਹਿ ਗਿਆ। ਤੀਸਰਾ ਪ੍ਰਿੰਟਿੰਗ ਮਸ਼ੀਨ ਦਾ ਕੰਮ। ਤੀਸਰਾ ਹੋ ਗਿਆ ਪ੍ਰਿੰਟਿੰਗ ਤੋਂ ਬਾਅਦ। ਪ੍ਰਿੰਟਿੰਗ ਜਦੋਂ ਕਾਗਜ਼ ਛਪਦਾ ਫਿਰ ਫੋਲਡ ਕਰਕੇ ਕਿਤਾਬਾਂ ਬਣਾਉਣੀਆਂ, ਕਈ ਕੁਝ ਕਰਨਾ ਪੈਂਦਾ। ਜਿਹੜਾ ਤਾਂ ਪ੍ਰੈਸ ਵਾਲਾ ਸੈਕਸ਼ਨ ਆ, ਉਹਦੇ ਤਾਂ ਜਰਮਨ ਮਸ਼ੀਨਾਂ ਬਹੁਤ ਵਧੀਆ, ਉਹਨਾਂ ਦਾ ਆਲਟਰਨੇਟ ਹੀ ਨਹੀਂ ਹੈ। ਅੱਛਾ ਜੀ। ਮਤਲਬ ਉਥੋਂ ਮਿਲਦੀ ਨਹੀਂ ਕਿਤੇ ਹੋਰ। ਆਪਾਂ ਜੇ ਠੀਕ ਗੱਲ ਕਰੀਏ ਤਾਂ ਫਿਰ ਉਹ ਮਹਿੰਗੀ ਵੀ ਹੁੰਦੀ ਹੋਣੀ। ਹਾਂ, ਕਿਉਂਕਿ ਯੂਰੋ ਮਹਿੰਗਾ ਤੇ ਆਪਣੇ ਮਹਿੰਗੇ ਨਹੀਂ ਆ। ਨਹੀਂ, ਕੁਆਲਿਟੀ ਜਿਵੇਂ ਤੁਸੀਂ ਮੈਨੂੰ ਕਿਹਾ ਸਰ, ਯੂਰੋ ਤਾਂ ਚਲੋ ਮਹਿੰਗਾ ਹੈਗਾ ਹੀ ਹੈਗਾ, ਪਰ ਮਤਲਬ ਉਹਨਾਂ ਨੇ ਮੋਨੋਪੋਲੀ ਕੀਤੀ ਹੋਈ ਹੈ, ਬਿਕੋਜ਼ ਉਹਨਾਂ ਨੇ ਆਪਣੀ ਕੁਆਲਿਟੀ ਨੂੰ ਮੇਨਟੇਨ ਕੀਤਾ ਹੋਇਆ। ਤਾਂ ਹੀ ਲੋਕੀ ਕਿ ਤੁਸੀਂ ਕਹਿ ਰਹੇ ਹੋ ਨਾ ਆਲਟਰਨੇਟਿਵ ਨਹੀਂ। ਬਿਲਕੁਲ ਸਰ, ਐਕਚੁਅਲੀ ਜਦ ਕਿ ਅਸੀਂ ਇਹ ਮੰਨਦੇ ਹਾਂ ਕਿ ਚਾਈਨਾ ਹਰ ਚੀਜ਼ ਦਾ ਆਲਟਰਨੇਟਿਵ ਹੈ, ਤੁਸੀਂ ਅੱਜ ਫਿਰ ਵੀ 21ਵੀਂ ਸਦੀ 'ਚ ਬੜੇ ਗਰਵ ਨਾਲ ਕਹਿ ਰਹੇ ਹੋ ਕਿ ਉਹਦਾ ਕੋਈ ਆਲਟਰਨੇਟਿਵ ਹੀ ਨਹੀਂ ਹੈ। ਇਹ ਬੜਾ ਅੱਛਾ ਉਸ ਦਾ ਨਹੀਂ, ਉਹਨਾਂ ਮਸ਼ੀਨਾਂ ਦਾ ਆਲਟਰਨੇਟਿਵ ਇਸ ਲਈ ਨਹੀਂ, ਉਹ ਕਾਹਲੀ ਨਾਲ ਹੀ ਬਣਾਉਂਦੇ ਨਾ। ਸਾਡਾ ਉਹਨਾਂ ਨੇ ਜਿਹੜਾ ਲੋਹਾ ਰੱਖਿਆ ਹੁੰਦਾ 100 ਸਾਲ ਲੋਹਾ ਪੈ ਜਾਂਦਾ ਸੀਜ਼ਨ ਹੋਣ ਲਈ। ਆਪਾਂ ਲੋਕ ਕਰਦੇ ਲਓ ਅੱਜ ਕੱਟੋ ਦੇ ਬਣਾ ਦਿਓ। ਉਹ ਆਪਣੀ ਸਟੈਂਡਰਡ ਜਰਮਨ ਇੱਕ ਨੋਨ ਹੈ। ਜਿੱਥੇ ਆ ਜਾਂਦੀ ਫਿਰ ਸਾਡੇ ਪ੍ਰੀ ਪ੍ਰੈਸ ਸੈਕਸ਼ਨ, ਉਹਦੇ ਚਾਈਨੀਜ਼ ਮਸ਼ੀਨਾਂ ਚੱਲਦੀਆਂ ਸਾਡੇ ਕੋਲ। ਪੋਸਟ ਪ੍ਰੈਸ 'ਚ ਵੀ ਚਾਈਨੀਜ਼ ਚੱਲਦੀਆਂ ਲੇਕਿਨ ਘੱਟ। ਪੋਸਟ ਪ੍ਰੈਸ 'ਚ ਵੀ ਸਵੀਡਨ ਦੀ ਮਸ਼ੀਨ ਹੈ ਜਾਂ ਜਰਮਨ ਦੀਆਂ ਮਸ਼ੀਨਾਂ। ਤੇ ਜਿਹੜਾ ਆਪਾਂ ਕੁਆਲਿਟੀ ਵਾਈਜ਼ ਕਹਾਂਗੇ ਤਾਂ ਜਰਮਨ ਦੀਆਂ ਔਰ ਸਵੀਡਨ ਦੀਆਂ ਮਸ਼ੀਨਾਂ ਬਹੁਤ ਮਹਿੰਗੀਆਂ। ਮਤਲਬ ਅਗਰ ਰੇਟ ਕੰਪੇਅਰ ਕਰੋਗੇ 10 ਗੁਣਾ ਫਰਕ ਆਏਗਾ ਚਾਈਨਾ ਨਾਲੋਂ। ਪ੍ਰਿੰਟਿੰਗ ਮਸ਼ੀਨਾਂ ਹੈ ਹੀ ਨੇ, ਕੋਈ ਤੇ ਵੀ ਹੋਰ ਬੰਦੇ ਉਹ ਬੈਸਟ ਉਹੀ ਹੈ ਪ੍ਰਿੰਟਿੰਗ ਮਸ਼ੀਨ ਹਰ ਹਾਲਤ 'ਚ। ਲੇਕਿਨ ਜਿਹੜੀਆਂ ਵਾਕਈ ਮਸ਼ੀਨਾਂ ਪ੍ਰੀ ਪ੍ਰੈਸ ਦੀਆਂ, ਜਿਵੇਂ ਸਾਡੇ ਐਕਸਪੋਜ਼ਰ ਹੈ, CTP ਹੈ, ਜਾਂ ਡਾਈ ਕਟਿੰਗ ਮਸ਼ੀਨਾਂ ਹੈ, ਜਾਂ ਪੇਸਟਿੰਗ ਮਸ਼ੀਨਾਂ ਹੈ। ਡਾਈ ਕਟਿੰਗ ਦਾ ਜਿਹੜਾ ਸਾਡਾ ਪੋਸਟ ਪ੍ਰੈਸ ਦਾ ਤਾਂ ਇੰਡੀਆ ਦੇ ਵਿੱਚ ਅੰਮ੍ਰਿਤਸਰ ਇੱਕ ਹੱਬ ਹੈ। ਅੱਛੀਆਂ ਮਸ਼ੀਨਾਂ ਬਣਦੀਆਂ ਜਿਹੜੀਆਂ ਕਿ ਅਸੀਂ ਕਹਿ ਸਕਦੇ ਹਾਂ ਕਿ ਵਰਲਡ ਲੈਵਲ ਦੀਆਂ ਹੀ ਕਹਿ ਸਕਦੇ ਹਾਂ, ਐਸੀ ਗੱਲ ਨਹੀਂ ਕੋਈ। ਔਰ ਅਸੀਂ ਤਾਂ ਪਿੱਛੇ ਜਿਸ ਵੇਲੇ ਕਾਂਗਰਸ ਗਵਰਨਮੈਂਟ ਸੀ ਉਸ ਵੇਲੇ ਬੜਾ ਮੁਜ਼ਾਹਰਾ ਕੀਤਾ ਸੀ ਵੀ ਸਾਨੂੰ ਇੱਕ ਪਰਮਿਸ਼ਨ ਦਿਓ ਕਿ ਸਾਡੀਆਂ ਮਸ਼ੀਨਾਂ ਪਾਕਿਸਤਾਨ ਚਲੇ ਜਾਣ। ਮਸ਼ੀਨ ਹੁਣ ਵੀ ਜਾਂਦੀਆਂ ਪਾਕਿਸਤਾਨ, ਲੇਕਿਨ ਘੁੰਮ ਕੇ ਜਾਂਦੀਆਂ ਬਾਈ ਕੁਛ ਹੋਰ ਨਾਂ ਦੇ ਉੱਤੋਂ। ਤੇ ਆਪ ਸੋਚੋ ਅੱਧੇ ਘੰਟੇ 'ਚ ਬੰਦਾ ਉੱਧਰਲਾ ਬੰਦਾ ਆ ਕੇ ਠੀਕ ਵੀ ਕਰ ਜਾਏਗਾ। ਤੇ ਬੜਾ ਵੱਡਾ ਕੰਟਰੀ ਵਾਸਤੇ ਵੀ ਨੈਟਵਰਕਿੰਗ ਹੈ। ਦੇਖੋ ਜਿਸ ਤਰ੍ਹਾਂ ਮੈਂ ਵਰਲਡ ਬੰਡੇ ਉੱਤੇ ਪਾਕਿਸਤਾਨ ਵੀ ਮੈਂਬਰ ਹੈ, ਤੇ ਸਾਰੇ ਸਾਡੇ ਵਾਸਤੇ ਸਾਰੇ ਕੰਟਰੀ ਅਗਰ ਆਪਾਂ ਮਿਲ ਜਾਈਏ, ਅਗਰ ਨੈਟਵਰਕਿੰਗ ਹੋਵੇ ਤਾਂ ਸਾਰੇ ਹੀ ਰਾਈਜ਼ ਕਰ ਸਕਦੇ ਆ, ਸਾਰੇ ਹੀ ਮਿਲ ਸਕਦੇ ਆ। ਸਰ ਕੋਈ ਇਹੋ ਜਿਹੀ ਗੱਲ ਦੱਸੋ ਹੁਣ ਆਖਰ ਦੇ ਵਿੱਚ ਕਿ ਐਜ਼ ਏ ਤੁਹਾਨੂੰ ਲੀਡਰਸ਼ਿਪ ਮਿਲੀ ਹੈ ਪੂਰੇ ਵਰਲਡ ਦੀ, ਕੋਈ ਤੁਹਾਡਾ ਖੁਆਬ ਹੋਵੇ, ਬਿਕੋਜ਼ ਤੁਹਾਡੇ ਤੇ ਪੈਸ਼ਨ ਹੈ ਪ੍ਰਿੰਟਿੰਗ, ਕਿ ਤੁਸੀਂ ਕਰਨਾ ਚਾਹੁੰਦੇ ਹੋ ਕਿ ਯਾਰ ਆਹ ਮੈਂ ਕਰਨਾ ਚਾਹੁੰਦਾ। ਸਰ ਇੱਦਾਂ ਮੇਰੇ ਹਿਸਾਬ ਨਾਲ ਦੇਖੋ, ਮੈਂ ਦਰਸ਼ਕਾਂ ਵਾਸਤੇ ਵੀ ਔਰ ਤੁਹਾਡੇ ਵਾਸਤੇ ਵੀ ਦੱਸਣਾ ਚਾਹੂੰਗਾ, ਦੁਨੀਆ ਵਿੱਚ ਪ੍ਰਿੰਟਿੰਗ ਇੱਕ ਐਸਾ ਇਨਵੈਂਸ਼ਨ ਹੈ, ਇਸ ਦੇ ਬਰਾਬਰ ਕੋਈ ਇਨਵੈਂਸ਼ਨ ਅੱਜ ਤੱਕ ਨਹੀਂ ਹੋਇਆ। ਇਹ ਫੈਕਟ ਹੈ ਔਰ ਇਹ ਤਾਂ ਮਤਲਬ ਪ੍ਰੂਵਨ ਫੈਕਟ ਹੈ ਕਿ ਪ੍ਰਿੰਟਿੰਗ ਇਜ਼ ਦਾ ਬਿਗੇਸਟ ਇਨਵੈਂਸ਼ਨ ਆਫ ਮੈਨਕਾਈਂਡ। ਕਿਉਂਕਿ ਪ੍ਰਿੰਟਿੰਗ ਨਾਲ ਹੀ ਪ੍ਰਿੰਟਿੰਗ ਨਾਲ ਹੀ ਤੁਹਾਡੀ ਸੁਸਾਇਟੀ ਵਧੀ, ਪ੍ਰਿੰਟਿੰਗ ਨਾਲ ਹੀ ਜਾਗਰੂਕਤਾ ਆਈ। ਲੇਕਿਨ ਮੈਂ ਇਸ ਦੇ ਨਾਲ ਇੱਕ ਗੱਲ ਹੋਰ ਦੱਸਣੀ ਚਾਹੂੰਗਾ ਕਿ ਪ੍ਰਿੰਟਿੰਗ ਇੱਕ ਐਸੀ ਇਨਵੈਂਸ਼ਨ ਹੈ, ਭਾਵੇਂ ਦੁਨੀਆ ਦਾ ਕੋਈ ਵੀ ਬੰਦਾ, ਭਾਵੇਂ ਉਹ ਅਮੀਰ ਹੈ, ਗਰੀਬ ਹੈ, ਅਮੀਰ ਕੰਟਰੀ ਰਹਿੰਦਾ ਹੈ ਜਾਂ ਗਰੀਬ ਕੰਟਰੀ ਰਹਿੰਦਾ ਹੈ, ਭਾਵੇਂ ਸੜਕ ਦਾ ਭਿਖਾਰੀ ਵੀ ਹੈ, ਭਾਵੇਂ ਉਹ ਬਿਰਲਾ ਟਾਟਾ ਹੈ, ਦੁਨੀਆ ਦਾ ਐਸਾ ਕੋਈ ਬੰਦਾ ਨਹੀਂ ਹੋ ਸਕਦਾ ਜਿਹੜਾ ਪ੍ਰਿੰਟਿੰਗ ਨਾਲ ਦਿਨ 'ਚ ਕਈ ਵਾਰੀ ਟੱਚ 'ਚ ਨਾ ਆਏ। ਦੁਨੀਆ ਦੀ ਕੋਈ ਵੀ ਹੋਰ ਇਨਵੈਂਸ਼ਨ ਇਹ ਕਲੇਮ ਨਹੀਂ ਕਰ ਸਕਦੇ, ਕਿਉਂਕਿ ਅਸੀਂ ਲਿਮਿਟ ਸਮਝਦੇ ਕਾਗਜ਼ 'ਤੇ ਸ਼ਾਹੀ ਲਗਾਉਣਾ। ਸਿਰਫ ਕਾਗਜ਼ 'ਤੇ ਸ਼ਾਹੀ ਲਗਾਉਣਾ ਪ੍ਰਿੰਟਿੰਗ ਨਹੀਂ ਹੈ। ਜਿਸ ਵੇਲੇ ਸਵੇਰੇ ਉੱਠੋਗੇ ਤੁਹਾਡੇ ਕੱਪ ਉਹ ਵੀ ਛਪੇ ਹੋਏ ਆ, ਪਲੇਟਾਂ ਛਪੀਆਂ ਹੋਈਆਂ, ਤੁਹਾਡਾ ਟੇਬਲ ਜਿਹੜਾ ਮਾਈਕਾ ਉਹ ਵੀ ਪ੍ਰਿੰਟਡ ਹੈ। ਉਸ ਤੋਂ ਬਾਅਦ ਤੁਸੀਂ ਨਹਾਉਣ ਲਈ ਜਾਂਦੇ ਹੋ, ਸ਼ੈਂਪੂ ਤੇਲ ਲੇਬਲ ਪ੍ਰਿੰਟਡ ਹੈ, ਕੱਪੜੇ ਤੁਹਾਡੇ ਪ੍ਰਿੰਟਡ ਹੈ, ਹੋਰ ਕੀ ਜਾਂਦੇ ਹੋ ਤੁਹਾਡੇ ਜੇਬ 'ਚ ਕਰੰਸੀ ਨੋਟ ਪ੍ਰਿੰਟਡ। ਕਿਹੜਾ ਬੰਦਾ ਪ੍ਰਿੰਟਿੰਗ 'ਤੇ ਕਈ ਵਾਰੀ ਫਿਰ ਇਹ ਟ੍ਰੇਡ
ਇਸ ਟ੍ਰੇਡ ਦੀ ਮੈਂ ਤਾਂ ਆਪਣੇ ਆਪ ਨੂੰ ਕਹਿੰਦਾ ਆਮ ਪ੍ਰਾਊਡ ਟੂ ਏ ਪ੍ਰਿੰਟਰ ਵੀ ਆਰ ਪ੍ਰਾਊਡ ਦੈਟ ਵੀ ਆਰ ਦਾ ਪ੍ਰਿੰਟਰਸ ਬਿਕੋਜ਼ ਵੀ ਆਰ ਦਾ ਮੇਕਰ ਆਫ ਦਾ ਸੁਸਾਇਟੀ ਬਣੀ ਪ੍ਰਿੰਟਰਸ ਦੇ ਨਾਲ। ਤੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਪ੍ਰਿੰਟ ਮੈਂ ਸਿਰਫ ਪਬਲਿਕ ਨੂੰ ਵੀ ਔਰ ਜਿਹੜੇ ਸਾਡੇ ਪ੍ਰਿੰਟਰ ਆ ਉਹਨਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਆਪਾਂ ਪ੍ਰਿੰਟਿੰਗ ਨੂੰ ਆਪਣੀ ਜਗ੍ਹਾ ਦਈਏ ਜੋ ਪ੍ਰਿੰਟਿੰਗ ਦੀ ਐਕਚੁਅਲੀ ਜਗ੍ਹਾ ਹੈ। ਪ੍ਰਿੰਟਿੰਗ ਦਾ ਸਥਾਨ ਬੜਾ ਉੱਪਰ ਹੈ ਔਰ ਪ੍ਰਿੰਟਿੰਗ ਤੋਂ ਬਿਨਾ ਕੋਈ ਜੀ ਨਹੀਂ ਸਕਦਾ, ਸਰਵਾਈਵਲ ਹੀ ਬਹੁਤ ਮੁਸ਼ਕਿਲ ਹੈ। ਆਖਰੀ ਕੁਐਸਚਨ ਤੁਹਾਨੂੰ ਪੁੱਛਣਾ ਚਾਹਾਂਗੇ, ਇਹ ਕਿਹਾ ਜਾਂਦਾ ਹੈ ਕਿ ਪ੍ਰਿੰਟਿੰਗ ਪੇਪਰ ਬਣਾਉਣ ਲਈ ਪ੍ਰਿੰਟਿੰਗ ਨੂੰ ਇਹ ਕਹਿ ਕੇ ਪਿੱਛੇ ਕੀਤਾ ਗਿਆ ਸੀਗਾ ਕਿ ਪੇਪਰ ਬਣਾਉਣ ਲਈ ਪੇੜ ਕੱਟਣੇ ਪੈਂਦੇ ਔਰ ਪਰਿਆਵਰਨ ਨੂੰ ਨੁਕਸਾਨ ਹੁੰਦਾ ਹੈ। ਸੋ ਤੁਸੀਂ ਕਹਿ ਰਹੇ ਹੋ ਯੂ ਆਰ ਪ੍ਰਾਊਡ ਟੂ ਬੀ ਪ੍ਰਿੰਟਡ। ਸੋ ਇਹ ਚੀਜ਼ਾਂ ਨੂੰ ਕਿੱਥੇ ਤੁਸੀਂ ਦੇਖਦੇ ਹੋ ਅੱਜ? ਇਸੇ ਲਈ ਤਾਂ ਸ਼ਾਇਦ ਲੋਕੀ ਗੈਜਟਸ ਤੇ ਆ ਗਏ ਕਨਵਰਟ ਕਰਕੇ। ਮੈਂ ਇਹਦੇ 'ਚ ਨਾ ਤੁਹਾਨੂੰ ਇਹਦੇ ਦੋ ਜਵਾਬ ਦਿਆਂਗਾ ਜੀ। ਪਹਿਲੀ ਜਵਾਬ ਤਾਂ ਆਪਾਂ ਕਣਕ ਕੱਟਦੇ ਹਾਂ ਜੀ ਤੇ ਕਿਆ ਪਰਿਆਵਰਨ ਖਰਾਬ ਹੁੰਦਾ? ਫਿਰ ਜਿੰਨੀਆਂ ਵੀ ਪੇਪਰ ਮਿਲਾਂ ਇਹ ਫੈਕਟ ਹੈ, ਪ੍ਰੂਵਨ ਫੈਕਟ ਹੈ, ਜਿੰਨੇ ਵੀ ਪੇਪਰ ਮਿਲਾਂ ਜਿੰਨੇ ਪੇੜ ਕੱਟਦੇ ਉਸ ਤੋਂ ਦੋਗੁਣਾ ਲਗਾਉਂਦੇ ਆ ਕਿਉਂਕਿ ਉਹਨਾਂ ਨੇ ਅਗਲੇ ਸਾਲ ਵੀ ਕੱਟਣੇ ਆ। ਹਾਂ, ਕਿਉਂਕਿ ਉਹਨਾਂ ਦੀ ਰਾਹ ਮਟੀਰੀਅਲ ਤੇ ਇਹ ਪੇੜ ਕੋਈ ਜੰਗਲੀ ਪੇੜ ਕੋਈ ਨਹੀਂ ਕੱਟਦਾ ਨਾ ਕੋਈ ਕੱਟੇ ਦਿੰਦਾ ਹੈ। ਇਹ ਇੱਕ ਰਿਊਮਰ ਫੈਲਾਈ ਗਈ ਓਕੇ ਇਲੈਕਟ੍ਰੋਨਿਕ ਕੁਝ ਆਪਣੇ ਇਹਨੂੰ ਕੋਈ ਦੱਸ ਲਓ ਬੂਮ ਹੁੰਦਾ ਕਿਸੇ ਚੀਜ਼ ਦਾ ਵੀ ਕਰਨ ਨੂੰ, ਕਿਸੇ ਦਾ ਦਿਲ ਕਰਦਾ ਈ ਬੁੱਕਸ ਵੇਚਣੀਆਂ ਅਸੀਂ ਕਰਤਾ, ਹੋ ਸਕਦਾ ਕੁਝ ਵੀ ਕਰਤਾ ਹੋਵੇ। ਪੇਪਰ ਮਾਰਕੀਟਿੰਗ ਸਟ੍ਰੈਟਜੀ ਦੇ ਪਾਰਟ ਦੇ ਵਿੱਚ ਇਹਨੂੰ ਵੀ ਕੈਨ ਸੇ ਸੋ ਪੇਪਰ। ਦੂਸਰੀ ਚੀਜ਼ ਜਿਹੜੀ ਦੂਸਰੀ ਕਹਿਣਾ ਚਾਹਾਂਗਾ, ਤੁਸੀਂ ਨੇ ਵਰਡ ਯੂਜ਼ ਕੀਤਾ ਕਿ ਇਲੈਕਟ੍ਰੋਨਿਕ, ਤੁਸੀਂ ਹੁਣ ਵੀ ਜਾ ਕੇ ਨੈੱਟ ਤੇ ਚੈੱਕ ਕਰ ਲਓ, ਕਿਤੇ ਵੀ ਚੈੱਕ ਕਰ ਲਓ। ਈ ਵੇਸਟ ਪ੍ਰਿੰਟਿੰਗ ਦੀ ਜਿਹੜੀ ਵੇਸਟੇਜ ਹੈ ਉਸ ਤੋਂ ਕਮ ਸੇ ਕਮ ਵੀ 300 ਗੁਣਾ ਜ਼ਿਆਦਾ, 300 ਟਾਈਮ ਜ਼ਿਆਦਾ ਜੀ ਈ ਵੇਸਟ ਇਕੱਠੀ ਹੋ ਰਹੀ ਹੈ। ਆਪਾਂ ਹੁਣ ਵੀ ਗੱਲ ਕਰ ਰਹੇ ਹਾਂ, ਇਹ ਵੀ ਈ ਵੇਸਟ ਇਕੱਠੀ ਹੋ ਰਹੀ ਹੈ ਜਿਸਦਾ ਕੋਈ ਸੋਲੂਸ਼ਨ ਹੀ ਨਹੀਂ ਹੈ, ਜਿਹੜੀ ਖਤਮ ਹੀ ਨਹੀਂ ਹੋ ਸਕਦੀ। ਕਾਗਜ਼ ਤਾਂ ਗਲ ਜਾਂਦਾ 4 ਘੰਟੇ 'ਚ, ਕਾਗਜ਼ ਤਾਂ ਪੈਰਿਸ਼ੇਬਲ ਹੈ। ਇਹ এনवायरमेंट ਨੂੰ ਖਰਾਬ ਨਹੀਂ ਕਰਦਾ, এনवायरमेंट ਨੂੰ ਕੀ ਖਰਾਬ ਕਰ ਰਹੀ ਹੈ? ਈ ਵੇਸਟ ਖਰਾਬ ਕਰ ਰਹੀ ਹੈ। ਈ ਵੇਸਟ ਇੰਨੀ ਜ਼ਿਆਦਾ ਹੈ, ਅਗਰ ਮੈਂ ਤੁਹਾਨੂੰ ਫਿਗਰਾਂ 'ਚ ਦੱਸਾਂ ਤਾਂ ਕਰੋੜਾਂ ਟਨ ਈ ਵੇਸਟ ਹੈ ਜਿਹੜੀ ਇਕੱਠੀ ਹੋਈ ਹੈ, ਜਿਹੜੀ ਕੰਮ ਹੀ ਨਹੀਂ ਆ ਰਹੀ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਪੇਪਰ ਮੈਂ ਉਸ ਨੂੰ ਕੰਡਮ ਨਹੀਂ ਕਰਨਾ ਚਾਹੁੰਦਾ, ਮੈਂ ਕਹਿੰਦਾ ਦੋਨੋਂ ਬਰਾਬਰ ਹੈ। ਪੇਪਰ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਹੈ। ਪੇਪਰ ਇੰਡਸਟਰੀ ਉਨੀ ਜ਼ਿਆਦਾ ਵੀ ਨਹੀਂ ਹੈ ਜੇ ਆਪਾਂ ਸੋਚੀਏ ਕਿ ਵੀ ਪੇਪਰ ਦੇ ਨਾਲ ਜੰਗਲ ਦੇ ਜੰਗਲ ਕੱਟਤੇ, ਐਸਾ ਕੁਝ ਵੀ ਨਹੀਂ ਹੋਇਆ। ਜੰਗਲ ਉਸ ਤਰ੍ਹਾਂ ਹੀ ਹੈ, ਉਹ ਦੇ ਗਰੋ ਦਾ ਟਰੀ ਐਂਡ ਦੇ ਕੱਟ ਦਾ ਟਰੀ। ਪੇਪਰ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਹੈ ਔਰ ਇਲੈਕਟ੍ਰੋਨਿਕ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਹੈ। ਸਾਨੂੰ ਦੋਨਾਂ ਦੀ ਕੰਬਾਈਨਡ ਕਰਕੇ ਚਲਾਉਣਾ ਚਾਹੀਦਾ, ਦੋਨਾਂ ਨੂੰ ਯੂਜ਼ ਕਰਨਾ ਚਾਹੀਦਾ, ਟੈਕਨੋਲੋਜੀ ਨੂੰ बैलेंस बना के रखना चाहिए। ठीक है सर, थैंक यू सर, थैंक यू वेरी मच, थैंक यू। सो दोस्तों ਇਹ ਸੀਗੇ ਸ਼੍ਰੀ ਕਮਲ ਚੋਪੜਾ ਜੀ ਜਿਨ੍ਹਾਂ ਨੇ ਸਾਨੂੰ ਬੜਾ ਕਲੀਅਰ ਕਰਕੇ ਦੱਸਿਆ, ਸਾਡੇ ਅੱਖਾਂ ਤੇ ਵੀ ਪਰਦਾ ਚੱਕਿਆ ਔਰ ਇਹਨਾਂ ਨੇ ਦੱਸਿਆ ਕਿ ਅੱਜ ਵਰਲਡ ਅਸੀਂ ਸੋਚ ਰਹੇ ਸੀ ਅਸੀਂ ਸਮਾਰਟ ਕਲਾਸਿਸ ਇਹ ਉਹ ਹਾਈਟੈਕ ਹੋ ਰਹੇ ਹੈ ਤੇ ਇਹਨਾਂ ਨੇ ਸਾਨੂੰ ਹੋਰ ਹੀ ਨਵਾਂ ਇੱਕ ਦ੍ਰਿਸ਼ਟੀਕੋਣ ਦਿਖਾ ਦਿੱਤਾ ਕਿ ਵਰਲਡ ਜਿਹੜਾ ਹੈ ਉਹ ਸਮਾਰਟ ਕਲਾਸਿਸ ਤੋਂ ਵਾਪਸ ਜਿਹੜਾ ਹੈ ਰੀਡਿੰਗ ਮਟੀਰੀਅਲ ਸੇ ਆ ਗਿਆ, ਬੁੱਕ ਸੇ ਆ ਰਿਹਾ, ਬਿਕੋਜ਼ ਉਹਦੀ ਲਰਨਿੰਗ ਕੈਪੈਸਿਟੀ ਲੋਕਾਂ ਦੀ ਘਟਦੀ ਜਾ ਰਹੀ ਹੈ। ਔਰ ਇੱਕ ਸਭ ਤੋਂ ਮੇਜਰ ਗੱਲ ਜਿਹੜੀ ਇਹਨਾਂ ਨੇ ਸਾਨੂੰ ਦੱਸੀ ਕਿ ਈ ਵੇਸਟ ਜਿਹੜੀ ਇਕੱਠੀ ਹੋ ਰਹੀ ਹੈ ਉਹ ਆਉਣ ਵਾਲੇ ਟਾਈਮ ਲਈ ਇਨਵਾਇਰਮੈਂਟ ਲਈ ਬਹੁਤ ਵੱਡੀ ਇੱਕ ਮੁਸੀਬਤ ਬਣ ਸਕਦਾ ਹੈ, ਜਿਹੜੀ ਕਿ ਸ਼ਾਇਦ ਅਸੀਂ ਅੱਜ ਉਸ ਨੂੰ ਫੋਰਕਾਸਟ ਨਹੀਂ ਕਰ ਪਾ ਰਹੇ। ਜਿਹੜੇ ਵਰਲਡ ਜਿਹੜੇ ਲੀਡਰਸ ਹੈਗੇ, ਕੰਟਰੀਜ਼ ਹੈਗੇ, ਉਹਨਾਂ ਨੇ ਫੋਰਕਾਸਟ ਕਰ ਲਿਆ ਤੇ ਉਹ ਵਾਪਸ ਜਿਹੜਾ ਬੁੱਕਸ 'ਤੇ ਆ ਗਏ ਹੈ। ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਸਕੂਲ ਦੇ ਵਿੱਚੋਂ ਗੈਜਟਸ ਹਟਾ ਕੇ ਜਿਹੜੇ ਵਾਪਸ ਬੁੱਕਸ ਦੇ ਦਿੱਤੀਆਂ, ਹੱਥਾਂ 'ਚ ਬੁੱਕਸ ਥਵਾ ਦਿੱਤੀਆਂ। ਤੇ ਇੱਦਾਂ ਹੀ ਹੋਰ ਵੀ ਇੰਟਰਸਟਿੰਗ ਮੁੱਦਿਆਂ ਨਾਲ ਤੁਹਾਨੂੰ ਜਾਣੂ ਕਰਵਾਉਂਦੇ ਰਵਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।